साध संगत भज केवल नाम। सरंजाम लाग भवजल तरन कै, जन्म वृथा जात रंग माया के। रहाउ जप तप संजम धर्म न कमाया, सेवा साधन जान्या हर राया। कहु नानक हम नीच कर्मा, शरण परे की राखो शर्मा। कहो नानक हम नीच कर्मा, शरण परे की राखो शर्मा। सतनाम श्री वाहिगुरु साहिब जी। असुन प्रेम माहड़ा, क्यों मिलिए हर जाए। असुन प्रेम माहड़ा, क्यों मिलिए हर जाए। मन तन प्यास दर्शन कणी, कोई आन मिलावे माए। संत सहाय प्रेम के, हों तिनकै लागा पाए। बिन प्रभ क्यों सुख पाइए, दूजी नाही जाए। जिनी चखया प्रेम रस, से तृप्त रहे आकाए। आप त्याग बिनती करे, लेहो प्रभु लड़ लाए। जो हर कंत मिलाइया, से विछड़ कतै ना जाए। प्रभ बिन दूजा को नहीं, नानक हर सरणाए। असो सुखी वसंदियाँ, जिना मैया हर राए। जो हर कंत मिलाइया, से विछड़ कतै न जाए। प्रभ बिन दूजा को नहीं,
ਨਾਨਕ ਹਰਿ ਸਰਣਾਏ, ਅਸੂ ਸੁਖੀ ਵਸੰਦੀਆਂ। ਜਿਨਾ ਮੈਂ ਹਰਿ ਰਾਏ, ਪਰਮ ਸਨਮਾਨੀ ਯੋਗ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ। ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਨੇਰੀ ਨਜ਼ਰ ਕਰਕੇ ਜਿੱਥੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕੀਤਾ ਹੈ, ਉੱਥੇ ਤਨ ਦੀ ਤੰਦਰੁਸਤੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸਦ ਬਹਾਇਆ ਹੈ। ਅੱਜ ਦਾ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ 12 ਮਹਾਮਾਝ ਮਹੱਲਾ ਪੰਜਵਾਂ ਦੇ ਸਰਲੇਖ ਹੇਠ 8ਵਾਂ ਸ਼ਬਦ ਹੈ, ਔਰ ਦੇਸੀ ਮਹੀਨਿਆਂ ਦੇ ਮੁਤਾਬਕ ਇਹ 7ਵਾਂ ਮਹੀਨਾ ਹੈ, ਜਿਹਨੂੰ ਆਪਾਂ ਅੱਸੂ ਦਾ ਮਹੀਨਾ ਕਹਿੰਦੇ ਹਾਂ। ਇਸ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਮਹੀਨੇ ਦੇ ਉਪਦੇਸ਼ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਮਿਲਾਪ ਦੀ ਜੁਗਤ ਸਮਝਾ ਰਹੇ ਹਨ। ਅੱਸੂ ਦਾ ਉਹ ਮਹੀਨਾ ਹੁਣ ਚੜ੍ਹਨ ਵਾਲਾ ਹੈ ਜਿਹਦੇ ਅੰਦਰ ਗਰਮੀ ਦੀ ਤਪਸ਼ ਦੀ ਰੁੱਤ ਖਤਮ ਹੁੰਦੀ ਹੈ ਤੇ ਬਹੁਤ ਹੀ ਮਿੱਠੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਪਾਤਸ਼ਾਹ ਜੀ ਨੇ ਬਚਨ ਕਹੇ, ਕਹਿੰਦੇ ਜਿਵੇਂ ਦੁਨਿਆਵੀ ਤੌਰ ਤੇ ਇਸ ਰੁੱਤ ਦੇ ਅੰਦਰ ਪਰਿਵਾਰਾਂ ਵਿੱਚ ਪਤੀ ਪਤਨੀ ਵਿੱਚ ਪਿਆਰ ਵੱਧਦਾ ਹੈ, ਇੱਦਾਂ ਭਾਈ ਜੀਵ ਇਸਤਰੀ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੀਵ ਮਿਲਣਾ ਚਾਹੁੰਦਾ ਹੈ, ਉਹਦੇ ਅੰਦਰ ਵੀ ਇਸ ਤਰ੍ਹਾਂ ਪ੍ਰੇਮ ਦਾ, ਉਸ ਪਰਮਾਤਮਾ ਦੇ ਪਿਆਰ ਦਾ ਉਮਾਹੜਾ ਦਾ ਅਰਥ ਹੁੰਦਾ ਸੋਹਣਾ ਹੜ੍ਹ, ਬਹੁਤ ਤੇਜ਼ੀ ਨਾਲ ਪ੍ਰੇਮ ਵੱਧਦਾ ਹੈ। ਸਾਧ ਸੰਗਤ ਰੁੱਤ ਦਾ ਇਫੈਕਟ ਜਿਹੜਾ ਉਹ ਸਰੀਰ ਉੱਤੇ ਜ਼ਰੂਰ ਪੈਂਦਾ ਹੈ। ਇਹ ਰੁੱਤ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਤੁਹਾਨੂੰ ਸਵੇਰ ਦੀ ਨੀਂਦ ਵੀ ਮਿੱਠੀ ਲੱਗੇਗੀ, ਪਰ ਅੰਮ੍ਰਿਤ ਵੇਲੇ ਜਾਗਣ ਵਿੱਚ ਸਕੂਨ ਤੇ ਸੁੱਖ ਵੀ ਬਹੁਤ ਮਿਲੇਗਾ। ਸਰੀਰ ਕਰਕੇ ਇਸ ਰੁੱਤ ਵਿੱਚ ਤੁਹਾਡੇ ਮਨ ਵਿੱਚ ਚਾਓ ਪੈਦਾ ਹੋਏਗਾ, ਸਵਖਤੇ ਉੱਠ ਕੇ ਸੈਰ ਕਰੀਏ, ਤੁਰਨਾ ਫਿਰਨਾ, ਸਵਖਤੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਕਿਉਂਕਿ ਰੁੱਤ ਜਿਹੜੀ ਹੈ ਇਹ ਬਹੁਤ ਮਿੱਠੀ ਰੁੱਤ ਸ਼ੁਰੂ ਹੋ ਰਹੀ ਹੈ। ਔਰ ਪਾਤਸ਼ਾਹ ਕਹਿੰਦੇ ਹਨ ਜਿਵੇਂ ਬਾਹਰੀ ਰੁੱਤ ਦਾ ਸਰੀਰ ਉੱਤੇ ਇਫੈਕਟ ਹੈ, ਇੱਦਾਂ ਭਾਈ ਗੁਰੂ ਦੇ ਸ਼ਬਦ ਦਾ ਸੁਰਤ ਉੱਤੇ ਅਸਰ ਹੁੰਦਾ ਹੈ। ਜਿਹੜੇ ਜਪਦਿਆਂ ਸ਼ਬਦ ਦੇ ਨੇੜੇ, ਗੁਰੂ ਦੇ ਗਿਆਨ ਦੇ ਨੇੜੇ ਹੋ ਜਾਂਦੇ ਨੇ, ਇਹੋ ਜਿਹੀ ਰੁੱਤ ਉਹਨਾਂ ਦੇ ਮਨ ਦੇ ਅੰਦਰ ਸ਼ੁਰੂ ਹੋ ਜਾਂਦੀ ਹੈ। ਮਨ ਦੇ ਅੰਦਰ ਨਾਮ ਜਪਣ ਲਈ ਚਾਓ ਪੈਦਾ ਹੋਣ ਲੱਗ ਪੈਂਦਾ, ਆਪਣੇ ਆਪ ਮਨ ਚਾਹੁੰਦਾ ਹੈ ਹੋਰ ਬਾਣੀ ਪੜ੍ਹੀਏ, ਹੋਰ ਉਸ ਵਾਹਿਗੁਰੂ ਦਾ ਸਿਮਰਨ ਕਰੀਏ, ਚੰਗੇ ਪਾਸੇ ਜਾਣ ਨੂੰ ਮਨ ਜਿਹੜਾ ਹੈ ਉਹ ਉਤਸ਼ਾਹਿਤ ਹੋਣ ਲੱਗ ਪੈਂਦਾ। ਫਿਰ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਹਦੇ ਵਿੱਚ ਸਹਾਈ ਕੌਣ ਹੁੰਦੇ ਨੇ, ਕਿਉਂਕਿ ਕੋਈ ਵੀ ਕੰਮ ਕਰਨਾ ਹੋਵੇ ਕਿਸੇ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਸਕੂਲ ਵਿੱਚ ਸਟੂਡੈਂਟ ਨੇ ਕੁਝ ਪੜ੍ਹਨਾ ਹੈ, ਉਹਨੂੰ ਟੀਚਰ ਦੀ ਸਹਾਇਤਾ ਦੀ ਲੋੜ ਹੈ। ਕਿਸੇ ਨੇ ਕੋਈ ਆਫਿਸ ਖੋਲ੍ਹਿਆ, ਉਹਨੂੰ ਨਾਲ ਬੰਦੇ ਰੱਖਣ ਦੀ ਲੋੜ ਪੈਂਦੀ ਹੈ, ਇਕੱਲਾ ਨਹੀਂ ਚਲਾ ਸਕੇਗਾ, ਉਹਨੂੰ ਵੀ ਨਾਲ ਬੰਦਿਆਂ ਦੀ ਲੋੜ ਹੈ।
ਹਰ ਕਰਮ ਵਿੱਚ ਕੋਈ ਨਾ ਕੋਈ ਸਹਿਯੋਗੀ ਚਾਹੀਦਾ ਹੈ। ਇਸ ਤਰ੍ਹਾਂ ਜਦੋਂ ਅਕਾਲ ਪੁਰਖ ਰੱਬ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜੁੜਨਾ ਹੈ, ਵਾਹਿਗੁਰੂ ਦੇ ਮਾਰਗ ਤੇ ਤੁਰਨਾ ਹੈ, ਉਦੋਂ ਮਹਾਰਾਜ ਕਹਿੰਦੇ ਭਾਈ ਸੰਤ ਸਹਾਈ ਹੁੰਦੇ ਨੇ ਪ੍ਰੇਮ ਵਧਾਉਣ ਵਿੱਚ। ਸੰਗਤ ਜਿਹੜੀ ਹੈ ਉਹ ਸਹਾਇਤਾ ਕਰਦੀ ਹੈ। ਜਪਣ ਵਾਲਿਆਂ ਦੀ ਸੰਗਤ ਤੁਹਾਨੂੰ ਸਹਾਈ ਹੋਏਗੀ ਪ੍ਰੇਮ ਵਧਾਉਣ ਵਿੱਚ। ਜਿਵੇਂ ਔਗਣ ਵਧਾਉਣ ਵਿੱਚ ਮਾੜੇ ਬੰਦਿਆਂ ਦਾ ਸਹਿਯੋਗ ਹੁੰਦਾ ਹੈ, ਇੱਦਾਂ ਜੇ ਰੱਬ ਵੱਲ ਦੇ ਪਾਸੇ ਤੁਰਨਾ ਫਿਰ ਤੁਹਾਨੂੰ ਚੰਗੀ ਸੰਗਤ ਕਰਨੀ ਪਏਗੀ, ਚੰਗਾ ਪੜ੍ਹਨਾ ਪਏਗਾ, ਚੰਗਾ ਸੁਣਨਾ ਪਏਗਾ, ਚੰਗਾ ਸੋਚਣਾ ਪਏਗਾ। ਸੋਚ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਾਡੇ ਵੇਖਣ, ਬੋਲਣ, ਸੁਣਨ, ਬਹਿਣ, ਉੱਠਣ ਵਿੱਚ ਚੰਗਿਆਈ ਆ ਜਾਏ। ਕਿਉਂਕਿ ਜਿਹੜੀ ਚੀਜ਼ ਸਾਡੇ ਸੁਣਨ ਵਿੱਚ, ਬੋਲਣ ਵਿੱਚ, ਵੇਖਣ ਵਿੱਚ, ਪੜ੍ਹਨ ਵਿੱਚ ਜਾਂ ਸੰਗਤ ਕਰਨ ਵਿੱਚ ਆ ਰਹੀ ਹੈ, ਉਹਦਾ ਪ੍ਰਭਾਵ ਹੀ ਮਨੁੱਖੀ ਮਨ 'ਤੇ ਪੈਂਦਾ। ਜਿਹੋ ਜਿਹਾ ਵੇਖ ਰਹੇ ਹਾਂ ਉਹੋ ਜਿਹਾ ਮਨ ਹੋਣ ਲੱਗ ਪੈਂਦਾ। ਜਿਹੋ ਜਿਹਾ ਪੜ੍ਹ ਰਹੇ ਹੋ ਉੱਦਾਂ ਦੇ ਫੁਰਨੇ ਤੁਹਾਡੇ ਮਨ 'ਚ ਆਉਣ ਲੱਗ ਪੈਂਦੇ। ਕਿਸੇ ਕੋਲੋਂ ਜਿਹੋ ਜਿਹੀਆਂ ਗੱਲਾਂ ਸੁਣ ਰਹੇ ਹੋ ਮਨ ਉੱਦਾਂ ਦੇ ਖਿਆਲ ਮਨ 'ਚ ਲਿਆਉਣ ਲੱਗ ਪੈਂਦਾ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਕਿਹਾ ਰੱਬ ਨੂੰ ਮਿਲਣ ਵਿੱਚ ਸਹਾਇਤਾ ਜਿਹੜੀ ਹੈ ਉਹ ਰੱਬ ਦੇ ਸੰਤ ਕਰਦੇ ਨੇ। ਜਪਣ ਵਾਲਿਆਂ ਦੀ ਸੰਗਤ ਵਿੱਚ ਸ਼ੁਭ ਗੱਲਾਂ ਉਹਨੂੰ ਉਤਸ਼ਾਹਿਤ ਕਰਦੀਆਂ ਨੇ, ਉਹ ਮਿਲਣ ਵਿੱਚ ਸਹਾਇਤਾ ਹੁੰਦੀ ਹੈ। ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਪ੍ਰੇਮ ਔਰ ਪਿਆਸ। ਹਜ਼ੂਰ ਨੇ 2 ਵਾਰ ਪਹਿਲੀਆਂ ਲਾਈਨਾਂ ਵਿੱਚ ਹੀ ਪ੍ਰੇਮ ਕਹਿ ਦਿੱਤਾ, ਸੁਨ ਪ੍ਰੇਮੋ ਮਾਹੜਾ। ਫਿਰ ਅੱਗੇ ਕਿਹਾ ਜਿਨੀ ਚਾਖਿਆ ਪ੍ਰੇਮ ਰਸ। ਪ੍ਰੇਮ ਇਸ ਤਰ੍ਹਾਂ ਦੀ ਅਵਸਥਾ ਹੈ ਜਿੱਥੇ ਸਾਧ ਸੰਗਤ ਮਨ ਹਾਜ਼ਰ ਰਹਿਣ ਲੱਗ ਜਾਏ ਉਹਨੂੰ ਪ੍ਰੇਮ ਕਹਿੰਦੇ। ਜਿਹਦੇ ਨਾਲ ਮਨ ਦਾ ਲਗਾਓ ਵੱਧ ਜਾਏ ਉਹਨੂੰ ਆਪਾਂ ਪ੍ਰੇਮ ਕਹਿ ਦਿੰਦੇ ਹਾਂ। ਪਾਤਸ਼ਾਹ ਕਹਿੰਦੇ ਜਪਣ ਵਾਲਿਆਂ ਦੇ ਅੰਦਰ ਹੜ ਪੈਦਾ ਹੋ ਜਾਂਦਾ ਪ੍ਰੇਮ ਦਾ। ਉਹਨਾਂ ਦਾ ਮਨ ਕਰਦਾ ਹੈ ਵੱਧ ਤੋਂ ਵੱਧ ਨਾਮ ਜਪਣ ਨੂੰ ਇਸ ਰੁੱਤ ਵਿੱਚ। ਇਸ ਲਈ ਹਜ਼ੂਰ ਕਹਿੰਦੇ ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ। ਪ੍ਰੇਮ ਫਿਰ ਇੱਦਾਂ ਦੀ ਚੀਜ਼ ਹੈ, ਭਾਵੇਂ ਉਹਦੇ ਵਿੱਚ ਕਿਸੇ ਚੀਜ਼ ਦੀ ਵੀ ਉਦਾਹਰਨ ਲੈ ਲਓ, ਉਹ ਉਸ ਤੋਂ ਫਿਰ ਪਿੱਛੇ ਨਹੀਂ ਹਟਦਾ। ਮਹਾਰਾਜ ਜੀਆਂ ਨੇ ਜਦੋਂ ਪ੍ਰੇਮ ਦੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਿੱਤੀਆਂ, ਕਹਿੰਦੇ ਭਾਈ ਪ੍ਰੇਮ ਭਾਈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਪਾਣੀ ਤੇ ਦੁੱਧ ਦਾ ਹੈ। ਕਹਿੰਦੇ ਦੁੱਧ ਵਿੱਚ ਪਾਣੀ ਪਾ ਦਿਓ ਤਾਂ ਕਹਿੰਦੇ ਦੇਖੋ ਉਹਨੂੰ ਅਲੱਗ ਥੋੜ੍ਹੀ ਹੁੰਦਾ, ਉਹਨੂੰ ਅੱਗ ਉੱਤੇ ਰੱਖ ਦਿਓ, ਪਹਿਲਾਂ ਪਾਣੀ ਸੜਦਾ ਹੈ ਫਿਰ ਦੁੱਧ ਤੱਕ ਸੇਕ ਪਹੁੰਚਦਾ। ਇਸ ਤਰ੍ਹਾਂ ਕਹਿੰਦੇ ਪ੍ਰੇਮ ਹੈ ਜਿਸ ਨਾਲ ਪੈਦਾ ਹੋ ਜਾਏ, ਉਹ ਜਿਹੜਾ ਦੁੱਧ ਹੈ ਉਹ ਜਲ ਦੀ ਵੀ ਉਸ ਪਾਣੀ ਦੀ ਵੀ ਕੀਮਤ ਵਧਾ ਦਿੰਦਾ। ਪਾਣੀ ਵੀ ਫਿਰ ਦੁੱਧ ਦੇ ਬਰਾਬਰ ਵਿਕਦਾ ਹੈ। ਔਰ ਦੁੱਧ ਜਿਹੜਾ ਉਹਦਾ ਪ੍ਰੇਮ ਫਿਰ ਵੇਖੋ, ਜੇ ਉਹ ਪਾਣੀ ਦੀ ਕੀਮਤ ਵਧਾਉਂਦਾ ਹੈ ਤੇ ਪਾਣੀ ਵੀ ਫਿਰ ਪ੍ਰੇਮ ਨਿਭਾਉਂਦਾ ਹੈ। ਅੱਗ ਉੱਤੇ ਦੁੱਧ ਨੂੰ ਰੱਖ ਦਿਓ ਪਹਿਲਾਂ ਪਾਣੀ ਸੜਦਾ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਬਾਣੀ ਅੰਦਰ ਬਚਨ ਕਹੇ, ਕੁਝ ਜੀਵਾਂ ਦੀ ਉਦਾਹਰਨ ਦੇ ਕੇ ਹਜ਼ੂਰ ਕਹਿੰਦੇ ਮਾਰ ਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ। ਕਹਿੰਦੇ ਦੇਖੋ ਭਾਈ ਜਿਵੇਂ ਮਾਰੂਥਲ ਵਿੱਚ ਪਾਣੀ ਦੀ ਪ੍ਰੀਤ ਹੈ, ਲੋਕਾਂ ਦੀ ਪ੍ਰੀਤ ਪਾਣੀ ਨਾਲ ਉੱਥੇ ਵੱਧਦੀ, ਪਿਆਸ ਵੱਧਦੀ। ਕਹਿੰਦੇ ਜਿਵੇਂ ਊਠ ਦੀ ਪ੍ਰੀਤ ਦੂਜੀ ਬੇਲਾਂ ਨਾਲ ਹੈ, ਉਹ ਬੇਲਾਂ ਖਾ ਜਾਂਦਾ। ਬੇਲ ਬਾਲਹਾ ਕਰ ਹਲਾ ਜਿਉ ਕੋ ਰੰਕ ਨਿਸਨਾਦ ਬਾਲਹਾ। ਹਿਰਨ ਨੂੰ ਜਿਹੜੀ ਪ੍ਰੀਤ ਹੈ ਉਹ ਕੰਡੇ ਹੀੜੇ ਦੀ ਧੁਨ ਦੀ ਹੈ। ਸੰਗੀਤ ਤੋਂ ਧੁਨ ਵਜਾਉਂਦਾ ਸ਼ਿਕਾਰੀ ਤਾਂ ਹਿਰਨ ਉੱਥੇ ਭੱਜਿਆ ਜਾਂਦਾ। ਕਹਿੰਦੇ ਪ੍ਰੀਤ ਹੈ। ਕੁਸੁਮ ਬਾਸ ਜੈਸੇ ਭਵਰਲਾ। ਕਹਿੰਦੇ ਭੌਰੇ ਦੀ ਪ੍ਰੀਤ ਫੁੱਲ ਨਾਲ ਹੈ। ਫੁੱਲ ਖਿੜਨ ਦੀ ਦੇਰ ਹੈ, ਭੌਰੇ ਆਪੇ ਹੀ ਉਹਦੇ ਕੋਲ ਆ ਕੇ ਗੁੰਝਾਰ ਪਾਉਣ ਲੱਗ ਪੈਂਦੇ, ਫੁੱਲਾਂ 'ਤੇ ਬਹਿਣ ਲੱਗ ਪੈਂਦੇ, ਉਹਦੀ ਪਰਿਕਰਮਾ ਕਰਨ ਲੱਗ ਪੈਂਦੇ, ਕਿਉਂਕਿ ਉਹ ਭੌਰਿਆਂ ਦੀ ਪ੍ਰੀਤ ਹੈ ਉਹਦੇ ਨਾਲ। ਆਪਣੇ ਆਪ ਫੁੱਲ ਖਿੜਿਆ, ਭੌਰਿਆਂ ਦੇ ਅੰਦਰ ਖਿੱਚ ਪੈਦਾ ਹੋ ਗਈ, ਕਿਸੇ ਨੇ ਸੱਦਾ ਥੋੜ੍ਹੀ ਦਿੱਤਾ ਵੀ ਫੁੱਲ ਖਿੜ ਗਏ ਨੇ।
ਜਿਵੇਂ ਹੀ ਫੁੱਲਾਂ ਦਾ ਖਿੜਾਓ ਹੋਇਆ, ਭੌਰੇ ਆਪਣੇ ਆਪ ਉਹਦੇ ਉੱਤੇ ਆਉਣ ਲੱਗ ਪਏ। ਕਿਸੇ ਨੇ ਸੱਦਾ ਪੱਤਰ ਨਹੀਂ ਕੱਲਿਆ, ਕਿਉਂਕਿ ਪ੍ਰੀਤ ਹੈ। ਤਾਂ ਫਿਰ ਮਹਾਰਾਜ ਜੀ ਬਚਨ ਕਹਿੰਦੇ, ਕੁਸੁਮ ਬਾਸ ਜੈਸੇ ਭਵਰਲਾ। ਕਹਿੰਦੇ ਇਸੇ ਤਰ੍ਹਾਂ ਭਾਈ ਮਨ ਦੀ ਪ੍ਰੀਤ ਸ਼ਬਦ ਨਾਲ, ਨਾਮ ਨਾਲ ਲੱਗ ਜਾਂਦੀ। ਜਦੋਂ ਗੁਰੂ ਕਿਰਪਾ ਕਰਦਾ, ਫਿਰ ਸੱਦਾ ਨਹੀਂ ਦੇਣਾ ਪੈਂਦਾ, ਫਿਰ ਕਿਸੇ ਨੂੰ ਉਠਾਉਣਾ ਨਹੀਂ ਪੈਂਦਾ, ਫਿਰ ਕਿਸੇ ਨੂੰ ਜਗਾਉਣਾ ਨਹੀਂ ਪੈਂਦਾ। ਉਹ ਆਪਣੇ ਆਪ ਉੱਠਦਿਆਂ ਸਾਰ ਜਪਦਾ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਮੁਸ਼ਕਲ ਹੈ ਸਾਧ ਸੰਗਤ, ਅੱਜ ਸਾਰਾ ਸੰਸਾਰ ਦੁੱਖਾਂ ਵਿੱਚ ਹੈ। ਮਨੁੱਖ ਕੋਲ ਸਾਧਨ ਹੋਣ ਦੇ ਬਾਵਜੂਦ ਵੀ ਦੁੱਖ ਵੱਧ ਰਹੇ ਹਨ, ਝਗੜੇ ਕਲੇਸ਼ ਵੱਧ ਰਹੇ ਹਨ। ਜਦੋਂ ਲੋਕ ਸਵਾਲ ਕਰਦੇ ਨਾ, ਪੁੱਛਦੇ, ਕਹਿੰਦੇ ਜੀ ਇਹ ਸਭ ਕੁਝ ਕਿਉਂ ਹੋ ਰਿਹਾ? ਤਾਂ ਇੱਕ ਸਿੱਧੀ ਜਿਹੀ ਗੱਲ ਹੈ, ਕੁਦਰਤ ਦੇ ਨਿਯਮ ਵਿੱਚ ਹੈ, ਜਿਹੜੀ ਚੀਜ਼ ਜਿੰਨਾ ਜ਼ਿਆਦਾ ਬੀਜੋਗੇ ਉਨੀ ਉਹ ਵੱਧਦੀ ਹੈ। ਜੇ ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਲੇਸ਼ ਦੁੱਖ ਵੱਧ ਰਹੇ ਨੇ, ਤਾਂ ਉਹਦਾ ਰੀਜ਼ਨ ਹੈ ਉਹ ਚੀਜ਼ਾਂ ਉਹ ਬੀਜ ਰਿਹਾ। ਕਿਉਂਕਿ ਮਨੁੱਖੀ ਮਨ ਇਸ ਤਰ੍ਹਾਂ ਦਾ ਹੋ ਗਿਆ, ਹਰ ਬੰਦਾ ਇੱਕ ਦੂਜੇ ਦਾ ਬੁਰਾ ਸੋਚ ਰਿਹਾ। ਵਪਾਰੀ ਬੰਦਾ ਵਪਾਰੀ ਦਾ ਬੁਰਾ ਸੋਚ ਰਿਹਾ, ਪਰਿਵਾਰਕ ਤੌਰ 'ਤੇ ਪਰਿਵਾਰ ਇੱਕ ਦੂਜੇ ਦਾ ਬੁਰਾ ਸੋਚ ਰਹੇ ਨੇ। ਔਰ ਸਾਧ ਸੰਗਤ ਇਕੱਲੇ ਬਿਜ਼ਨਸ ਵਪਾਰ ਤੇ ਪਰਿਵਾਰ ਵਿੱਚ ਹੀ ਨਹੀਂ ਲੋਕ ਇੱਕ ਦੂਜੇ ਬਾਰੇ ਬੁਰਾ ਸੋਚਦੇ, ਧਾਰਮਿਕ ਦੁਨੀਆ ਦੇ ਅੰਦਰ ਵੀ ਹਜ਼ਾਰਾਂ ਲੱਖਾਂ ਲੋਕ ਜਿਹੜੇ ਧਰਮ ਦਾ ਕਰਮ ਕਰਦੇ, ਉਹ ਧਾਰਮਿਕ ਲੋਕ ਵੀ ਇੱਕ ਦੂਜੇ ਬਾਰੇ ਬੁਰਾ ਸੋਚਦੇ। ਸੋ ਜਿਵੇਂ ਜ਼ਿਆਦਾ ਜਿਸ ਚੀਜ਼ ਨੂੰ ਬੀਜਿਆ ਜਾ ਰਿਹਾ ਹੈ ਉਹ ਫਿਰ ਵੱਧਦਾ ਹੈ। ਜਿਵੇਂ ਇੱਕ ਦਾਣਾ ਬੀਜਦੇ ਹੋ, ਉਹ ਵੱਧ ਕੇ 18 ਦਾਣੇ ਹੋ ਜਾਂਦੇ ਨੇ। ਇੱਦਾਂ ਭਾਈ ਜਿਹੜੀ ਚੀਜ਼ ਬੀਜੀ ਜਾ ਰਹੀ ਹੈ ਉਹੀ ਫਿਰ ਵੱਧ ਰਹੀ ਹੈ। ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ, ਭਾਈ ਜੇ ਤੂੰ ਸੁੱਖ ਚਾਹੁੰਦਾ ਫਿਰ ਸੁੱਖ ਬੀਜਣਾ ਸ਼ੁਰੂ ਕਰ, ਵੰਡਣਾ ਸ਼ੁਰੂ ਕਰ। ਜਿਹੜੀ ਚੀਜ਼ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਕੋਲੋਂ ਛੱਡਣੀ ਪਏਗੀ, ਭਾਵ ਵੰਡਣੀ ਪਏਗੀ। ਆਪਾਂ ਈਰਖਾ, ਦਵੈਸ਼, ਨਫ਼ਰਤ ਇਹ ਚੀਜ਼ਾਂ ਕੋਲੋਂ ਵੰਡ ਰਹੇ, ਇਸ ਲਈ ਦੁਨੀਆ ਦੇ ਅੰਦਰ ਸਾਧ ਸੰਗਤ ਤੋਂ ਚੀਜ਼ਾਂ ਵੱਧ ਰਹੀਆਂ ਨੇ। ਤਾਈਓ ਪਾਤਸ਼ਾਹ ਕਹਿੰਦੇ, ਭਾਈ ਜੇ ਤੂੰ ਸੁੱਖ ਚਾਹੁੰਦਾ ਫਿਰ ਸਿੱਧੀ ਗੱਲ ਹੈ, ਵਧੇਗਾ ਤੇਰੇ ਜੀਵਨ ਵਿੱਚ ਸੁੱਖ, ਪਰ ਉਹਦੇ ਵਾਸਤੇ ਤੂੰ ਬੀਜ ਸੁੱਖ। ਮਹਾਰਾਜ ਕਿਵੇਂ ਕਹਿੰਦੇ, ਪਰ ਕਾ ਬੁਰਾ ਨ ਰਾਖੋ ਚੀਤ, ਤੁਮ ਕੋ ਦੁਖ ਨਹੀਂ ਭਾਈ ਮੀਤ। ਭਾਈ ਤੂੰ ਬੁਰਾਈ ਨਾ ਬੀਜ, ਤੇਰਾ ਬੁਰਾ ਹੋ ਹੀ ਨਹੀਂ ਸਕਦਾ। ਤੂੰ ਆਪਣੇ ਕੋਲੋਂ ਸ਼ੁਭ ਚੀਜ਼ਾਂ ਬੀਜਣੀਆਂ ਸ਼ੁਰੂ ਕਰ, ਚੰਗੇ ਚੰਗੇ ਖਿਆਲ ਤੇਰੇ ਮਨ ਵਿੱਚ ਆਉਣੇ ਚਾਹੀਦੇ ਨੇ, ਫਿਰ ਤੇਰੀ ਚੰਗਿਆਈ ਹੋਏਗੀ। ਇਹਨੂੰ ਮਹਾਰਾਜ ਨੇ ਕਿਹਾ, ਜਦੋਂ ਰੱਬ ਦੇ ਰਾਹ ਉੱਤੇ ਕੋਈ ਨਾਮ ਰਸ ਕਿਸੇ ਦਾ ਵੱਧਦਾ ਹੈ ਤਾਂ ਉਹਦੇ ਅੰਦਰ ਫਿਰ ਇਹ ਚੀਜ਼ ਘਣੀ ਬਹੁਤ ਜ਼ਿਆਦਾ ਪੈਦਾ ਹੋ ਜਾਂਦੀ। ਕਿਉਂਕਿ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਉਹਨੇ ਰੋਜ਼ ਥੋੜਾ ਥੋੜਾ ਨਾਮ ਜਪ ਕੇ ਪ੍ਰੇਮ ਬੀਜਣਾ ਸ਼ੁਰੂ ਕਰਤਾ, ਫਿਰ ਪ੍ਰੇਮ ਵਧਣ ਲੱਗ ਪਿਆ ਉਹਦਾ। ਵਧਦਿਆਂ ਵਧਦਿਆਂ ਪ੍ਰੇਮ ਬਹੁਤ ਜ਼ਿਆਦਾ ਹੋ ਗਿਆ, ਫਿਰ ਉਹ ਰੱਬ ਦੇ ਦਰਸ਼ਨਾਂ ਦੀ ਤਾਂਘ ਅੰਦਰ ਪੈਦਾ ਹੋ ਜਾਂਦੀ। ਜਿਵੇਂ ਜਿਹੜਾ ਨਸ਼ੇੜੀ ਬੰਦਾ ਹੈ ਉਹ ਥੋੜੇ ਤੋਂ ਸ਼ੁਰੂ ਕਰਦਾ, ਖਾਂਦਿਆਂ ਖਾਂਦਿਆਂ ਉਹਦਾ ਨਸ਼ਾ ਵੱਧ ਜਾਂਦਾ, ਇੱਕ ਦਿਨ ਉਹ ਬਹੁਤ ਜ਼ਿਆਦਾ ਖਾਣ ਲੱਗ ਪੈਂਦਾ, ਤਾਂ ਉਹ ਨਸ਼ਾ ਇੰਨਾ ਵੱਧ ਜਾਂਦਾ, ਫਿਰ ਸਾਧ ਸੰਗਤ ਉਹ ਸਭ ਕੁਝ ਦਾਅ 'ਤੇ ਲਾ ਦਿੰਦਾ, ਘਰ ਦੀਆਂ ਚੀਜ਼ਾਂ ਵੇਚ ਕੇ ਵੀ ਉਹ ਨਸ਼ਾ ਪੂਰਾ ਕਰਦਾ। ਇੱਦਾਂ ਰੱਬ ਦੇ ਮਾਰਗ ਉੱਤੇ ਪ੍ਰੇਮ ਹੈ ਜਿਨ੍ਹਾਂ ਨੂੰ ਪੈਦਾ ਹੋਇਆ, ਉਹ ਫਿਰ ਵਧਦਿਆਂ ਵਧਦਿਆਂ ਜਦੋਂ ਘਣੀ ਪਿਆਸ ਪੈਦਾ ਹੋ ਗਈ, ਫਿਰ ਉਹਨੀ ਦੁਨੀਆ ਦੀ ਪਰਵਾਹ ਕਰਨੀ ਛੱਡ ਦਿੱਤੀ। ਫਿਰ ਉਹ ਘਾਟੇ ਵਾਧੇ ਵਿੱਚ ਚਿੰਤਾ ਵਿੱਚ ਨਹੀਂ ਜਾਂਦੇ, ਉਹਨਾਂ ਦੀ ਰੱਬ ਨਾਲ ਪ੍ਰੀਤ ਵੱਧ ਗਈ। ਤਾਂ ਸਾਧ ਸੰਗਤ ਫਿਰ ਸੰਸਾਰ ਦੀਆਂ ਚੀਜ਼ਾਂ ਦੀ ਪਰਵਾਹ ਨਹੀਂ ਰਹਿੰਦੀ ਕਿ ਮੇਰੇ ਕੋਲ ਕੀ ਹੈ ਕੀ ਨਹੀਂ। ਫਿਰ ਉਹਨੂੰ ਬਹੁਤੇ ਪੈਸੇ ਦੀ ਜ਼ਰੂਰਤ ਨਹੀਂ ਪੈਂਦੀ, ਬਹੁਤ ਅਮੀਰੀ ਦੀ ਲੋੜ ਨਹੀਂ ਪੈਂਦੀ, ਦੁਨੀਆ ਕੀ ਕਹੇਗੀ ਇਹ ਵੀ ਉਹਦੇ ਉੱਤੇ ਕੋਈ ਪਰਵਾਹ ਨਹੀਂ। ਜਿਵੇਂ ਜਿਹੜਾ ਬੰਦਾ ਅਮਲੀ ਅਮਲ ਵਿੱਚ ਬਦਨਾਮ ਹੋ ਜਾਏ, ਲੋਕੀ ਉਹਨੂੰ ਕੀ ਕਹਿ ਰਹੇ ਨੇ ਉਹਨੂੰ ਪਰਵਾਹ ਨਹੀਂ ਹੈ ਕੋਈ। ਸਾਰੀ ਰਿਸ਼ਤੇਦਾਰੀ ਉਹਨੂੰ ਮਾੜਾ ਕਵੇ, ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਇੱਦਾਂ ਬੰਦਗੀ ਦੀ ਪਿਆਸ ਜਦੋਂ ਵੱਧਦੀ ਹੈ ਤਾਂ ਮਹਾਰਾਜ ਕਹਿੰਦੇ, ਮਨ ਤਨ ਪਿਆਸ ਦਰਸ਼ਨ ਕਰਨੀ, ਕੋਈ ਆਣ ਮਿਲਾਵੇ ਮਾਏ। ਉਹਦੇ ਵਾਸਤੇ ਫਿਰ ਮਹਾਰਾਜ ਨੇ ਕਿਹਾ, ਸੰਤ ਸਹਾਈ ਪ੍ਰੇਮ ਕੇ, ਹੋਂ ਤਿਨ ਕੈ ਲਾਗਾ ਪਾਏ। ਕਹਿੰਦੇ ਭਾਈ ਉਹਨਾਂ ਦੀ ਸੰਗਤ ਉਹਨਾਂ ਦੇ ਚਰਨਾਂ 'ਚ ਪੈ, ਉਹਨਾਂ ਨੂੰ ਮੱਥਾ ਟੇਕ, ਉਹਨਾਂ ਦੀ ਸੰਗਤ ਕਰ,
ਕਿਹਨਾਂ ਨੂੰ? ਜਿਨ੍ਹਾਂ ਦੀ ਸਹਾਇਤਾ ਨਾਲ ਤੇਰਾ ਪ੍ਰੇਮ ਵੱਧਦਾ ਹੈ। ਤੁਸੀਂ ਵੇਖੋਗੇ ਜਦੋਂ ਅਮਲੀ ਦਾ ਅਮਲ ਸਿਰੇ ਤੇ ਚਲਾ ਜਾਏ, ਉਹ ਦੂਜਿਆਂ ਦੇ ਪੈਰਾਂ 'ਚ ਪੈਣ ਨੂੰ ਵੀ ਤਿਆਰ ਹੋ ਜਾਂਦਾ, ਵੀ ਮੈਨੂੰ ਨਸ਼ਾ ਲੈ ਦਿਓ, ਮੈਨੂੰ ਅਮਲ ਲੈ ਦਿਓ। ਇਹਦਾ ਭਾਈ ਰੱਬ ਦੇ ਘਰ ਦਾ ਪ੍ਰੇਮ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕਹੇ, ਕਹਿੰਦੇ ਅਰਦਾਸ ਕਰ ਤੇਰੇ ਅੰਦਰ ਪ੍ਰੇਮ ਦਾ ਲਾਲਚ ਵਧੇ। ਉੱਥੇ ਮਹਾਰਾਜ ਜੀ ਨੇ ਬਚਨ ਕਹੇ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਵੀ ਲਾਲਚ ਹੈ। ਹੁਣ ਗੁਰੂ ਨੂੰ ਕਾਹਦਾ ਲਾਲਚ ਹੈ? ਕਿਉਂਕਿ ਲਾਲਚ ਕਿੱਦਾਂ ਦੀ ਚੀਜ਼ ਹੈ? ਜਿਹੜੀ ਚੀਜ਼ ਨਾਲ ਲਾਲਚ ਹੋਵੇ ਨਾ, ਤੁਹਾਡਾ ਮਨ ਬਾਰ-ਬਾਰ ਉੱਥੇ ਜਾਂਦਾ ਹੈ, ਬਾਰ-ਬਾਰ। ਜਿਹੜੀ ਚੀਜ਼ ਦਾ ਬੰਦਾ ਲਾਲਚੀ ਹੋ ਜਾਏ, ਕਿਸੇ ਨੂੰ ਖਾਣ ਪੀਣ ਦਾ ਲਾਲਚ ਹੈ, ਉਹ ਜਿੱਥੇ ਵੀ ਚਲਾ ਜਾਏ ਉਹਦਾ ਧਿਆਨ ਪੀਣ ਵਿੱਚ ਹੀ, ਖਾਣ ਵਿੱਚ ਹੀ ਰਹਿੰਦਾ, ਕਿਉਂਕਿ ਉਹ ਖਾਣ ਪੀਣ ਦਾ ਲਾਲਚੀ ਹੈ। ਜਿਹੜਾ ਬੰਦਾ ਸੋਨੇ ਦਾ ਲਾਲਚੀ ਹੈ, ਉਹਨੇ ਹਰ ਬੰਦੇ ਦੇ ਪਹਿਨਿਆਂ ਗਹਿਣਾ ਹੀ ਵੇਖਣਾ। ਕਈਆਂ ਦਾ ਮਨ ਇਸ ਤਰ੍ਹਾਂ ਦਾ ਲਾਲਚੀ ਹੁੰਦਾ, ਉਹਦਾ ਧਿਆਨ ਦੂਜੇ ਦੇ ਗਹਿਣੇ ਤੇ ਜਾਂਦਾ ਹੈ। ਮਨ ਹੈ ਜਿਹੜੀ ਚੀਜ਼ ਦਾ ਲਾਲਚ ਕਰਨ ਲੱਗ ਜਾਏ, ਉਹਦਾ ਧਿਆਨ ਵਾਰ-ਵਾਰ ਉਸ ਜਗ੍ਹਾ ਤੇ ਜਾਣ ਲੱਗ ਪੈਂਦਾ। ਧਿਆਨ ਦਾ ਵਾਰ-ਵਾਰ ਉਸ ਜਗ੍ਹਾ ਤੇ ਜਾਣਾ ਹੀ ਪ੍ਰੇਮ ਹੈ, ਖਿੱਚ ਹੈ। ਤਾਂ ਪਾਤਸ਼ਾਹ ਨੇ ਬਚਨ ਕਹੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਨੂੰ ਵੀ ਇੱਕ ਲਾਲਚ ਹੈ। ਮਹਾਰਾਜ ਤੁਹਾਨੂੰ ਕਾਹਦਾ ਲਾਲਚ ਹੈ? ਕਹਿੰਦੇ ਮਨ ਨੂੰ ਇਹ ਲਾਲਚ ਹੈ ਵੀ ਮੈਂ ਹੋਰ ਗੁਣ ਉਚਾਰਨ ਕਰਾਂ, ਰੱਬ ਦੀ ਹੋਰ ਵਡਿਆਈ ਕਰਾਂ। ਇਹ ਲਾਲਚ ਪੈ ਗਿਆ। ਇਹ ਵੀ ਰੱਬ ਨੇ ਹੁਣ ਕਿਰਪਾ ਕੀਤੀ, ਜਿਹਨੂੰ ਸਿਮਰਨ ਦਾ, ਨਾਮ ਜਪਣ ਦਾ, ਭਲਾ ਕਰਨ ਦਾ ਲਾਲਚ ਪੈਦਾ ਹੋ ਜਾਏ ਸਾਧ ਸੰਗਤ, ਇਹ ਫਿਰ ਪ੍ਰੇਮ ਅਖਵਾਉਂਦਾ ਉਹ ਲਾਲਚ। ਜਿਹੜਾ ਦੁਨਿਆਵੀ ਪਦਾਰਥਾਂ ਦਾ ਲਾਲਚ ਹੈ ਉਹ ਪ੍ਰੇਮ ਨਹੀਂ ਹੈ, ਉਹ ਲੋਭ ਹੈ, ਉਹ ਵਿਕਾਰ ਹੈ। ਸਤਿਗੁਰਾਂ ਫਿਰ ਉੱਥੇ ਰਸਤੇ ਵੱਖਰੇ ਵੱਖਰੇ ਕਰ ਦਿੱਤੇ। ਕਹਿੰਦੇ ਜਿਵੇਂ ਲੋਭੀ ਬੰਦਾ ਸੱਚਾ ਪ੍ਰੇਮ ਨਹੀਂ ਕਿਸੇ ਨੂੰ ਕਰ ਸਕਦਾ, ਉਹਦਾ ਤਾਂ ਸਵਾਰਥ ਕਰਕੇ ਹੈ। ਜਿੱਦਣ ਸਵਾਰਥ ਪੂਰਾ ਹੋ ਗਿਆ ਉਦਣ ਉਹ ਛੱਡ ਦਿੰਦਾ। ਫਰੀਦਾ ਜਾਨ ਲੱਭ ਤਾਂ ਨੇ ਹੋ ਗਿਆ, ਨੇ ਜੇ ਲੱਭ ਹੈ ਤਾਂ ਫਿਰ ਨੇ ਕਾਹਦਾ, ਫਿਰ ਪ੍ਰੇਮ ਕਾਹਦਾ? ਫਰੀਦਾ ਜਾਨ ਲੱਭ ਤਾਂ ਨੇ ਹੋ ਕਿਆ, ਲੱਭ ਤਾਂ ਕੂੜਾ ਨੇ। ਜੇ ਲਾਲਚ ਹੈ ਫਿਰ ਪ੍ਰੇਮ ਝੂਠਾ ਹੈ। ਉਦਾਹਰਨ ਦਿੱਤੀ, ਕਹਿੰਦੇ ਕਿਚਰ ਝੱਤ ਲੰਗਾਈ ਐ, ਛੱਪਰ ਟੁੱਟੇ ਮੇਹੋ। ਕਹਿੰਦੇ ਮੀਂਹ ਪੈਣ ਲੱਗ ਜਾਏ ਤਾਂ ਛੱਪੜਾ ਕਿੰਨੀ ਕੁ ਦੇਰ ਰਹਿ ਸਕਦਾ, ਉਹਨੇ ਤਾਂ ਚੋਏ ਜਾਣਾ। ਕਹਿੰਦੇ ਉਹ ਬਹੁਤੀ ਦੇਰ ਤੁਹਾਨੂੰ ਭਿੱਜਣ ਤੋਂ ਨਹੀਂ ਬਚਾ ਸਕਦਾ। ਇੱਦਾਂ ਜੇ ਮਨ ਲੋਭੀ ਲਾਲਚੀ ਹੈ ਤਾਂ ਬਹੁਤ ਦੇਰ ਤੱਕ ਤੁਸੀਂ ਉਹ ਰਿਸ਼ਤਾ ਨਹੀਂ ਰੱਖ ਸਕਦੇ, ਉਹਨੇ ਟੁੱਟ ਜਾਣਾ। ਕਿਉਂ? ਲਾਲਚ ਪ੍ਰਗਟ ਹੋ ਜਾਣਾ। ਇੱਕ ਨਾ ਇੱਕ ਦਿਨ ਲੋਭ ਲਾਲਚ ਪ੍ਰਗਟ ਹੋ ਜਾਣਾ। ਕਿਉਂ ਮਿਲ ਰਿਹਾ ਸੀ, ਕਿਉਂ ਰਿਸ਼ਤੇਦਾਰੀ ਰੱਖੀ ਹੋਈ ਹੈ? ਲਾਲਚ ਕਰਕੇ। ਪਰ ਪਾਤਸ਼ਾਹ ਕਹਿੰਦੇ ਕਿਤੇ ਇਸ ਤਰ੍ਹਾਂ ਜਿਵੇਂ ਲੋਭੀ ਲਾਲਚੀ ਬੰਦੇ ਨੂੰ ਰਿਸ਼ਤਿਆਂ ਦੀ ਪਰਵਾਹ ਨਹੀਂ ਹੈ, ਉਹਨੂੰ ਆਪਣੇ ਸਵਾਰਥ ਨਾਲ, ਆਪਣੇ ਲਾਲਚ ਨਾਲ ਮਤਲਬ ਹੈ, ਇੱਦਾਂ ਕਿਤੇ ਬੰਦਗੀ ਵਾਲੇ ਨੂੰ ਨਾਮ ਦਾ ਲਾਲਚ ਹੋ ਜਾਏ, ਉਹ ਵੀ ਫਿਰ ਬਹੁਤਾ ਰਿਸ਼ਤਿਆਂ ਵਿੱਚ ਉਲਝਦਾ ਨਹੀਂ ਹੈ ਕਿ ਮੇਰਾ ਫਲਾਨਾ ਨਾ ਨਾਰਾਜ਼ ਹੋ ਜਾਏ, ਉਹ ਨਾ ਨਾਰਾਜ਼ ਹੋ ਗਏ। ਉਹਨੂੰ ਤਾਂ ਆਪਣੇ ਨਾਮ ਦਾ ਲਾਲਚ ਹੈ। ਉਹਨੂੰ ਤਾਂ ਵਕਤ ਹੁੰਦਾ, ਉਹ ਵਾਹਿਗੁਰੂ ਕਹਿਣ ਲੱਗ ਪੈਂਦਾ। ਉਹਨੂੰ ਤਾਂ ਟਾਈਮ ਹੋ ਜਾਂਦਾ, ਉਹ ਆਪਣਾ ਨਿਤਨੇਮ ਸ਼ੁਰੂ ਕਰ ਦਿੰਦਾ। ਉਹਨੂੰ ਲੋਕਾਂ ਨਾਲ ਲਾਲਚ ਨਹੀਂ ਹੈ। ਤਾਂ ਪਾਤਸ਼ਾਹ ਵਚਨ ਕਹਿੰਦੇ ਭਾਈ ਇਸ ਤਰ੍ਹਾਂ ਦਾ ਲਾਲਚ ਪੈਦਾ ਹੋ ਜਾਏ, ਕੋਈ ਅਰਦਾਸ ਕਰਕੇ ਦੇ ਸ਼ਿਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ, ਨਾ ਡਰੂੰ ਅਰਸੋਂ ਜਬ ਜਾਏ ਲਰੂੰ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਅਰ ਸਿੱਖ ਹੋ ਆਪਣੇ ਹੀ ਮਨ ਕੋ। ਕਹਿੰਦੇ ਆਪਣੇ ਮਨ ਨੂੰ ਸਿੱਖਿਆ ਦੇਵਾਂ। ਇਹ ਕਿਹੜੀ? ਇਹ ਲਾਲਚ ਹੋਂ ਗੁਣ ਤੋਂ ਉਚਰੋ। ਇੱਦਾਂ ਦੀ ਸਿੱਖਿਆ ਇਸ ਮਨ ਨੂੰ ਦਿਓ, ਇਹ ਮਨ ਲਾਲਚੀ ਹੋ ਜਾਏ ਰੱਬ ਦੇ ਗੁਣ ਗਾਉਣ ਲਈ, ਇਹ ਮਨ ਲਾਲਚੀ ਹੋ ਜਾਏ ਨਾਮ ਜਪਣ ਲਈ। ਜਿਵੇਂ ਕੰਮ ਦਾ ਲਾਲਚ ਪੈਸੇ ਦਾ ਹੋ ਜਾਏ, ਬੰਦਾ ਹੋਰ ਕਰਦਾ, ਓਵਰ ਟਾਈਮ ਵੀ ਲਾਉਂਦਾ, 2 ਘੰਟੇ ਵੱਧ ਵੀ ਲਾਉਂਦਾ। ਇੱਦਾਂ ਵਾਹਿਗੁਰੂ ਨਾਮ ਦਾ ਲਾਲਚ ਮਨ 'ਚ ਸਿੱਖਿਆ ਪੈਦਾ ਕਰੋ। ਜਦੋਂ ਇਹ ਮਨ ਜਪਣ ਲੱਗ ਜਾਏ, ਇਹਨੂੰ ਲਾਲਚ ਹੋਵੇ 2 ਮਿੰਟ ਹੋਰ ਜਪ ਲਾਂ। ਜਦੋਂ ਇਹ ਮਨ ਬਾਣੀ ਪੜ੍ਹਨ ਲੱਗ ਜਾਏ, ਮਨ ਨੂੰ ਲਾਲਚ ਆ ਜਾਏ ਵੀ ਹੋਰ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਾਂ, ਥੋੜ੍ਹਾ ਜਿਹਾ ਜਪਜੀ ਸਾਹਿਬ ਹੋਰ ਪੜ੍ਹ ਲਾਂ, ਚੌਪਈ ਸਾਹਿਬ ਦਾ ਇੱਕ ਪਾਠ ਹੋਰ ਕਰ ਲਾਂ। ਇਹ ਲਾਲਚ ਪੈਦਾ ਹੋ ਜਾਏ। ਆਓ ਇਸ ਮਨ ਨੂੰ ਲਾਲਚ ਪੈਦਾ ਹੋਵੇ ਨਾਮ ਜਪਣ ਦਾ। ਇੱਕ ਵਾਰ ਮਨ 'ਚ ਤੇ ਗਾਗਰ ਕਰਕੇ ਸਾਰੇ ਆਪਾਂ ਜਪੀਏ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਖੋ ਸਤਨਾਮ ਸ੍ਰੀ ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾਂ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਜਿਨ੍ਹਾਂ ਦੇ ਅੰਦਰ ਰੱਬ ਦਾ ਪ੍ਰੇਮ ਵਧਿਆ ਉਹਨਾਂ ਦੀ ਨਿਸ਼ਾਨੀ ਕੀ ਹੈ? ਕਹਿੰਦੇ ਭਾਈ ਉਹਨਾਂ ਨੂੰ ਸਮਝ ਪੈ ਗਈ ਵੀ ਰੱਬ ਕਿਵੇਂ ਮਿਲਦਾ ਹੈ। ਫਿਰ ਉਹ ਖਾਕ ਹੋ ਗਏ, ਆਪਣੇ ਆਪਣੀ ਹਸਤੀ ਮਿਟਾ ਦਿੱਤੀ। ਪ੍ਰੇਮ ਦੇ ਅੰਦਰ ਸਾਧ ਸੰਗਤ ਚੋਟ ਨਹੀਂ ਹੈ, ਉਹਦਾ ਹਿਰਦਾ ਨਰਮ ਹੋ ਜਾਂਦਾ, ਉਹ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ, ਉਹਦਾ ਹਿਰਦਾ ਬਹੁਤ ਕੋਮਲ ਹੋ ਜਾਂਦਾ। ਦੁਨਿਆਵੀ ਤੌਰ ਤੇ ਵੇਖ ਲਓ, ਮਾੜੇ ਮੋਟੇ ਕਿਸੇ ਰਿਸ਼ਤੇ ਦੇ ਵਿੱਚ ਪ੍ਰੇਮ ਹੈ ਤਾਂ ਉਹ ਰਿਸ਼ਤੇ ਵਿੱਚ ਲੋਕ ਕਿੰਨੀ ਜਲਦੀ ਰੋਣ ਲੱਗ ਪੈਂਦੇ ਇੱਕ ਦੂਜੇ ਤੇ, ਕਿੰਨਾ ਉਹਨੂੰ ਯਾਦ ਕਰਕੇ ਰੋਣ ਲੱਗ ਪੈਂਦੇ। ਹਾਲਾਂਕਿ ਇਹ ਝੂਠਾ ਹੈ ਸਭ ਕੁਝ, ਬਹੁਤਾ ਸੱਚਾਈ ਵਾਲਾ ਨਹੀਂ। ਜਦੋਂ ਰੱਬ ਦਾ ਪ੍ਰੇਮ ਪੈਦਾ ਹੁੰਦਾ ਤਾਂ ਉਹਦੇ ਅੰਦਰ ਸਾਧ ਸੰਗਤ ਉਹ ਖਾਕ ਹੋ ਜਾਂਦਾ, ਬਹੁਤ ਨਿਰਮਲ। ਪਾਤਸ਼ਾਹ ਨੇ 3-4 ਸ਼ਲੋਕ ਵੇ ਉਹਦੇ ਵਿੱਚ ਦੱਸਿਆ, ਕਹਿੰਦੇ ਕਿਵੇਂ ਰੱਬ ਮਿਲਦਾ। ਪਹਿਲਾਂ ਬਚਨ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਨਾ ਤਾਹੇ ਮਿਲੇ ਭਗਵਾਨ, ਤਾਹੇ ਮਿਲੇ ਭਗਵਾਨ। ਫਿਰ ਉਦਾਹਰਨ ਦਿੱਤੀ ਕਿਸ ਗੱਲ ਦੀ, ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਵਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਫਿਰ ਨਾਲ ਹੀ ਬਚਨ ਕਿਹਾ, ਕਹਿੰਦੇ ਨਹੀਂ ਭਾਈ ਰੋੜੇ ਦੀ ਤਰ੍ਹਾਂ ਨਿਮਰਤਾ ਠੀਕ ਹੈ, ਪਰ ਰੋੜਾ ਵੀ ਤਾਂ ਕਿਸੇ ਨੂੰ ਕਈ ਵਾਰ ਦੁੱਖ ਦੇ ਦਿੰਦਾ। ਉਹ ਵੀ ਅਚਾਨਕ ਕਿਸੇ ਦੇ ਪੈਰ ਥੱਲੇ ਆ ਜਾਏ, ਕਿਸੇ ਨੂੰ ਚੋਟ ਵੱਜ ਜਾਏ, ਭਾਈ ਉਹ ਵੀ ਦੁੱਖ ਦਿੰਦਾ ਹੈ। ਇਸ ਲਈ ਰੋੜੇ ਤੋਂ ਵੀ ਅੱਗੇ ਲੰਘਣਾ। ਉਹ ਕੀ ਹੈ? ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁੱਖ ਦੇ ਐਸਾ ਕੋਈ ਦਾਸ ਹੋਏ ਜਿਉ ਧਰਨੀ ਮੈਂ ਖੇ। ਜੇ ਰੱਬ ਨੂੰ ਮਿਲਣਾ ਫਿਰ ਮਿੱਟੀ ਦੀ ਤਰ੍ਹਾਂ ਪਿਸ ਜਾ, ਫਿਰ ਚੋਟ ਨਾ ਦਈ ਕਿਸੇ ਨੂੰ। ਰੱਬ ਨੂੰ ਮਿਲਣਾ ਫਿਰ ਕਿਸੇ ਦਾ ਦਿਲ ਨਾ ਦੁਖਾਈ। ਤਾਈਓ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੌ ਪਿਰੀਆਂ ਦੀ ਸਿੱਕ ਤੈਨੂੰ ਰੱਬ ਨੂੰ ਮਿਲਣ ਦੀ ਤਾਂਘ ਹੈ ਨਾ, ਹਿਆਊ ਨਾ ਠਾਹੇ ਕਹੀਦਾ, ਫਿਰ ਕਿਸੇ ਦਾ ਦਿਲ ਨਾ ਦੁਖਾਈ ਕੌੜਾ ਬੋਲ ਕੇ, ਫਿਰ ਦਿਲ ਨਾ ਦੁਖਾਈ ਕਿਸੇ ਦਾ। ਮੈਂ ਇਸ ਤਰ੍ਹਾਂ ਦੇ ਸੱਜਣ ਵੇਖੇ ਨੇ, ਸਾਧ ਸੰਗਤ ਜੇ ਉਹਨਾਂ ਕੋਲੋਂ ਕੋਈ ਮਾੜਾ ਸ਼ਬਦ ਕਹਿ ਹੋ ਜਾਏ ਨਾ ਤਾਂ ਉਹ ਬਾਅਦ ਵਿੱਚ ਸੋਚਦੇ ਵੀ ਮੇਰੇ ਕਰਕੇ ਉਹ ਦੁਖੀ ਹੋ ਗਿਆ, ਜਦੇ ਹੀ ਉਹਦੇ ਕੋਲੋਂ ਮਾਫੀ ਮੰਗਣਗੇ। ਆਕੜ 'ਚ ਨਹੀਂ। ਇੱਥੇ ਕਈ ਸਾਲ ਲੋਕ ਆਕੜੇ ਰਹਿੰਦੇ, ਗਲਤੀ ਮੰਨਦੇ ਹੀ ਨਹੀਂ, ਗਲਤੀ ਕਰਕੇ। ਕਹਿੰਦੇ ਉਹਨਾਂ ਦਾ ਬੰਦਗੀ ਨਾਲ, ਨਾਮ ਜਪਣ ਨਾਲ ਹਿਰਦਾ ਨਰਮ ਹੋ ਜਾਂਦਾ। ਜੇ ਰੱਬ ਨੂੰ ਮਿਲਣਾ ਫਿਰ ਕਿਸੇ ਦਾ ਦਿਲ ਨਾ ਦੁਖਾਈ। ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਹਰ ਜਨ ਐਸਾ ਚਾਹੀਏ ਜਿਉ ਧਰਨੀ ਮੈਂ ਖੇ। ਫਿਰ ਕਹਿੰਦੇ ਕਬੀਰ ਖੇ ਹੋਈ ਤੋ ਕਿਆ ਭਇਆ। ਕਹਿੰਦੇ ਉਹਦੇ 'ਚ ਵੀ ਤਾਂ ਨੁਕਸ ਹੈ। ਕਾਹਦਾ? ਕਹਿੰਦੇ ਕੋਈ ਤੇਜ਼ ਲੰਘੇ, ਹਵਾ ਹਨੇਰੀ ਵਗੇ ਤਾਂ ਧੂੜ ਉੱਡਦੀ ਹੈ। ਉਹ ਮਿੱਟੀ ਖਾਕ ਖੇ ਜਿਹੜੀ ਕਿਸੇ ਦੇ ਉੱਤੇ ਪੈਂਦੀ ਹੈ, ਕੱਪੜਿਆਂ ਤੋਂ ਲੋਕ ਝਾੜਦੇ ਨੇ, ਉਹਨੂੰ ਪ੍ਰਵਾਨ ਨਹੀਂ ਕਰਦੇ। ਉਹ ਧੂੜ ਮਿੱਟੀ ਕੱਪੜੇ ਭਰ ਦਿੰਦੀ ਹੈ। ਕਹਿੰਦੇ ਫਿਰ ਉਸ ਤੋਂ ਵੀ ਅੱਗੇ ਲੰਘ। ਉਸ ਤੋਂ ਅੱਗੇ ਕੀ ਹੈ? ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਡ ਲਾਗੇ ਅੰਗ
हर जन ऐसा चाहिए ज्यों पानी सरबंग। कहते पानी वर्गा हो जा। वो तो कपड़े नहीं ना मैले करता, वो तो मैल धोंदा, वो तो किसी के कपड़े मैले थोड़ी करता, वो तो मैल धोंदा, प्यास बुझाउंदा, फसलों नूं भालदा। पानी वर्गा तेरा दिल होवे, सब दा भला करे। फिर उस तो भी अगे कहते भाई पानी च भी एक नुक्स है। महाराज ਉਹਦੇ ਚ की नुक्स है? कहते सर्दियों में बहुत ठंडा हो जाना, लोग चंगा नहीं मानते। गर्मियों में तप जाता है, अग ते रख दो गर्म हो जाता है, फ्रिज च रख दो बर्फ जम जाती है। कहते वो भी सुभाव बदल लेंदा अपना। इदा इस तो भी अगे चल, फिर रब नूं मिलना फिर की कर। कबीर पानी हुआ तां क्या बया, जो सीरा ताता होए। हर जन ऐसा चाहिए जैसा हर ही होए। रब नूं मिलना, रब वर्गा ही बन जा। ਉਹਦੇ वास्ते फिर की है भाई, साधु की संगत कर जपण वालियां दी, तेरे मन च प्यास पैदा होवे, दुविधा दूजी अंदरों खत्म हो जाए। और जदों उस रस नूं तू चख ले, फिर महाराज कहते तू तृप्त हो जाएगा, रज जाएगा, ਉਹਦਾ रूप बन जाएगा। जिनी चख प्रेम रस से तृप्त रहे अकाए। आप त्याग बिनती करें लिहो प्रभु लड़ लाए। आपा त्याग के होमे छड्ड के बेनती कर, वो प्रभु तेनों अपने लड़ लावे। तेरे अंदर प्रेम का हड़ तांग, प्रेम की खिच पैदा होवे। कोई सज्जन एक साधु कोल आया, कहना जी किन्ने साल हो गए तुहाडे कोल आउंदिआं, सानू भी कोई रब का राह दसो भी रब किवें मिलदा है। वो कहते भाई इदा थोड़ी दसिया जाता। कहते जी किन्ने साल तो हो गए आउंदिआं नूं। कहते भाई तुसीं रब नूं मिलण थोड़ी आउंदे आ, तुसीं तां परिवार दे सुख मंगण आउंदे। क्योंकि साध संगत धर्म की जिन्नी भी प्रक्रिया हो रही है, 99% 5 पॉइंट ये दुनियावी तौर पर वेख्यो, हो सकता ये नालों भी वध होवे। हर बंदे का पूजा पाठ धूप बत्ती सेवा सिमरन जो भी धार्मिक तौर पर हो रहा है, ਉਹਦੇ अंदर 99% तो भी वध इक्को इच्छा है, मैनू सुख मिले। दुखों तो डरिया होया बंदा कर रहा है, जां सुखों की प्राप्ति वास्ते कर रहा है, रब नूं मिलण वास्ते नहीं। तो कहते जदों साधु नूं कहंदे जी इन्ने साल हो गए आउंदे, वो कहंदे भाई तुसीं रब लई थोड़ी आउंदे हो, तुसीं तां सुख मंगण आउंदे सी। तुसीं रब लई थोड़ी इन्ने सालां तो आ रहे हो, तुसीं तां दुखों तो डरदे आ रहे हो, तुसीं तां सुख मंगण आ रहे हो, रब नूं मंगण ते आए नहीं तुसीं। वो कहंदा नहीं जी हुण नहीं कुछ चाहिदा, हुण रब नूं मिलण दी जांच दसो। वो कहंदे भाई हुण ते नहीं दस सकदे, फिर तूं जदों आउणा परिवार समेत फिर आई, कोई गल नहीं, फिर रब नूं मिलण वाली जांच भी दस दांगे। वो थोड़े दिनों महीनों बाद फिर परिवार समेत आया, आके कहंदा जी हुण मैं परिवार नाल आया ते एक दो दिन रहना है, असीं जिन्ने दिन तुसीं कहो चलो उन्ने रह लांगे, रब नूं मिलण दी हुण जांच दसो। कहते कोई नहीं भाई लंगर प्रशादा छको रहो, कोई नहीं दस दांगे, रब किहड़ा किते चले, वो तां हाजर नाजर ही है, उहनूं मिलण दी जांच भी दस दांगे। वो ठहर गए। जदों अगला दिन चढ़िया, दिन दे काफ़ी चढ़ाव दे नाल उहदा एक बच्चा छोटा सी, वो बाहर खेड रहा है। तो महापुरुषां पुछया, कहते भाई वो बच्चा ਉਹੀ ਬੰਦੇ ਦਾ ਜਿਹੜਾ परिवार समेत आया? कहते हाँ जी उन्हों का ही है, क्योंकि वो जानते सी देर तो आते हैं। वो साधु ने वो महापुरुषों ने सेवादार घल्लिया, कहते वो छोटे जे बच्चे नूं पतिया के लैके आ। तो उन्हें चॉकलेट दी, उन्होंने पतिया के लिया, आ जा तेनों बाबा जी बुलाते। वो बच्चे छोटा जिहा नाल आ गया, उन्होंने होर उन्हें कमरे में अंदर बिठा के खिडौने मोहरे रख ते, खाण नूं चीज़ां दे दित्तियां, पतिया लिया। अजकल बच्चों नूं मोबाइल दे दिओ, कार्टून उत्थे बह जांदे हो, तो बच्चे नूं खिडौने दे दिते, उस बच्चे नूं खाण वास्ते चीज़ां दे दित्तियां, उस कमरे च बिठा दिता। हुण वो बच्चा बैठ गया उत्थे। जदों दे माँ प्यो ने आला दुआला काम कर सेवा करदिआं वेख्या भी अद्धे घंटे तो बच्चा नज़र नहीं आ रहा, फिर उन्हें लभना शुरू किया, तो लभण लग पे पूरे डेरे, साडा बच्चा नहीं लभदा, बच्चा नहीं लभदा। लंगर विच वेख्या, गुरुद्वारे वेख्या, इधर उधर वेख्या, नहीं लभ रहा। जदों नहीं लभ रहा, जिमें जिमें वो भाल रहे ने, बच्चा लभदा नहीं, तिवें तिवें व्याकुल हो रहे ने, तड़फ रहे ने,
ਅੰਦਰੋਂ ਖਿੱਚ ਪੈਦਾ ਹੋ ਰਹੀ, ਬਾਕੀ ਗੱਲਾਂ ਭੁੱਲ ਰਹੀਆਂ ਨੇ, ਘਰ ਵੀ ਭੁੱਲ ਗਿਆ, ਖਾਣਾ ਪੀਣਾ ਸੁੱਧ ਵਿਸਰ ਗਈ ਹੈ, ਪੈਰਾਂ 'ਚ ਜੋੜਾ ਪਾਣਾ ਭੁੱਲ ਗਿਆ। ਜਦੋਂ ਅੱਧਾ ਘੰਟਾ ਹੋਰ ਗੁਜ਼ਰ ਗਿਆ, ਬਾਵਰਿਆਂ ਦੀ ਤਰ੍ਹਾਂ ਹੋ ਗਿਆ। ਕਿਸੇ ਦਾ ਬੱਚਾ ਗੁਆਚ ਜਾਏ, ਉਹ ਵਿਚਾਰਾ, ਉਹਨੂੰ ਹੋਰ ਕੋਈ ਸੁੱਝਦਾ ਹੀ ਨਹੀਂ ਹੈ। ਉਹਨੂੰ ਸਭ ਕੁਝ ਦਿਸਣਾ ਸੁੱਝਣਾ ਬੰਦ ਹੋ ਗਿਆ, ਨਾ ਕੁਝ ਦਿਸ ਰਿਹਾ, ਨਾ ਕੋਈ ਗੱਲ ਸੁੱਝ ਰਹੀ ਹੈ, ਨਾ ਕਿਸੇ ਨਾਲ ਵੈਰ ਵਿਰੋਧ ਸੁੱਝ ਰਿਹਾ, ਨਾ ਕੋਈ ਲੋਭ ਲਾਲਚ ਪੈਦਾ ਹੋ ਰਿਹਾ, ਨਾ ਕੋਈ ਕੰਮ ਚਿੱਤੇ ਆ ਰਿਹਾ, ਨਾ ਕੋਈ ਹੋਰ ਇੱਛਾ ਹੈ। ਇੱਕੋ ਚੀਜ਼ ਹੈ, ਬੱਚੇ ਵੱਲ ਧਿਆਨ ਹੈ। ਜਿਹੜਾ ਵੀ ਕੋਲੋਂ ਲੰਘਦਾ ਉਹਨੂੰ ਪੁੱਛਦੇ ਨੇ, ਜਿਹੜਾ ਵੀ ਬੱਚਾ ਨਜ਼ਰ ਆਉਂਦਾ ਉਹਨੂੰ ਜਾ ਕੇ ਵੇਖਦੇ ਨੇ, ਸਾਡਾ ਨਹੀਂ ਹੈ। ਰੌਲਾ ਪੈ ਗਿਆ, 1 ਘੰਟੇ ਵਿੱਚ ਬੱਚਾ ਗੁਆਚ ਗਿਆ ਜੀ, ਬੱਚਾ ਗੁਆਚ ਗਿਆ, 1 ਘੰਟੇ ਤੋਂ ਲੱਭ ਨਹੀਂ ਰਿਹਾ। ਪੂਰੇ ਡੇਰੇ ਵਿੱਚ ਭਾਲ ਕਰਨ ਲੱਗ ਪਏ। ਮਹਾਂਪੁਰਸ਼ਾਂ ਦੇ ਸੇਵਾਦਾਰਾਂ ਨੂੰ ਪੁੱਛੋ, ਕਹਿੰਦੇ ਭਾਈ ਸਾਨੂੰ ਨਹੀਂ ਪਤਾ, ਬਾਹਰ ਵੇਖ ਲਓ, ਕਿਤੇ ਗੇਟ ਤੋਂ ਬਾਹਰ ਨਾ ਨਿਕਲ ਗਿਆ ਹੋਵੇ। ਮਾਈ ਵੀ ਲੱਭਦੀ ਹੈ, ਉਹ ਬੰਦਾ ਵੀ ਲੱਭਦਾ ਹੈ, ਗੁਰਦੁਆਰੇ ਦੇ ਗੇਟ ਤੋਂ ਬਾਹਰ ਨਿਕਲ ਗਏ। ਬਾਹਰ ਜਾਂਦੇ ਲੋਕਾਂ ਨੂੰ ਪੁੱਛਦੇ ਨੇ, ਇੱਦਾਂ ਦਾ ਬੱਚਾ ਹੈ, ਇੱਦਾਂ ਦੇ ਕੱਪੜੇ ਪਾਏ, ਵੇਖਿਆ ਤੁਸੀਂ ਵੇਖਿਆ? ਖਾਣਾ ਪੀਣਾ ਵਿਸਰ ਗਿਆ, ਸੁੱਧ ਵਿਸਰ ਗਈ। ਜਿਵੇਂ ਜਿਵੇਂ ਲੇਟ ਹੋ ਰਹੇ ਸੀ, ਬੱਚੇ ਗੁਆਚਣ ਕਰਕੇ ਮਨ ਹੋਰ ਵਿਆਕੁਲ ਹੋ ਰਿਹਾ ਸੀ, ਪੈਰਾਂ ਵਿੱਚ ਜੋੜਾ ਨਹੀਂ ਪਾਇਆ। ਗੁਰਦੁਆਰੇ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਪੁੱਛਦੇ ਨੇ, ਬਾਵਰਿਆਂ ਦੀ ਤਰ੍ਹਾਂ ਹੋ ਗਏ। ਤੇ ਜਦੋਂ 2-2.5 ਘੰਟੇ ਗੁਜ਼ਰ ਗਏ ਨਾ, ਸੱਚੀ ਬੱਚੇ ਗੁਆਚਣ ਤੇ ਉਹਨਾਂ ਨੂੰ ਹਾਲਤ ਪਾਗਲਾਂ ਵਾਲੀ ਹੋ ਗਈ। ਤਾਂ ਉਹ ਮਹਾਂਪੁਰਸ਼ ਅੰਦਰੋਂ ਆ ਗਏ, ਕਹਿੰਦੇ ਭਾਈ ਕੀ ਗੱਲ, ਰੌਲਾ ਜਿਹਾ ਕਿਉਂ ਪੈ ਰਿਹਾ ਹੈ? ਕਹਿੰਦੇ ਜੀ ਉਹ ਫਲਾਨਿਆਂ ਦਾ ਬੱਚਾ ਗੁਆਚ ਗਿਆ। ਤਾਂ ਇੰਨੇ ਨੂੰ ਬੰਦਾ ਬਾਹਰੋਂ ਆ ਗਿਆ, ਬਹੁਤ ਵਿਆਕੁਲ, ਗਰਮੀ ਪਸੀਨਾ ਹੋਇਆ, ਪਾਗਲਾਂ ਦੀ ਤਰ੍ਹਾਂ ਹਾਲਤ ਹੈ, ਪੈਰਾਂ ਵਿੱਚ ਜੋੜਾ ਵੀ ਨਹੀਂ ਪਾਇਆ, ਆਉਂਦਿਆਂ ਰੋਣ ਲੱਗ ਪਿਆ। ਕਹਿੰਦਾ ਜੀ ਬੱਚਾ ਗੁਆਚ ਗਿਆ, ਲੱਭਦਾ ਨਹੀਂ ਹੈ। ਕਹਿੰਦੇ ਭਾਈ ਕੋਈ ਗੱਲ ਨਹੀਂ, ਤੁਸੀਂ ਭੋਜਨ ਪ੍ਰਸ਼ਾਦਾ ਛਕ ਲਓ। ਕਹਿੰਦਾ ਜੀ ਰੋਟੀ ਦੀ ਕਿੱਥੇ ਭੁੱਖ ਹੈ? ਕਹਿੰਦੇ ਕੋਈ ਨਹੀਂ, ਲੱਭ ਜਾਊਗਾ, ਤੁਸੀਂ ਆਰਾਮ ਕਰ ਲਓ। ਕਹਿੰਦੇ ਜੀ ਆਰਾਮ ਕਿੱਦਾਂ ਕਰ ਲਈਏ, ਬੱਚਾ ਨਹੀਂ ਲੱਭ ਰਿਹਾ, ਅਸੀਂ ਕਿਵੇਂ ਆਰਾਮ ਕਰ ਲਈਏ? ਕਹਿੰਦੇ ਕੋਈ ਨਹੀਂ ਭਾਈ, ਇੰਨੀ ਕਿਉਂ ਚਿੰਤਾ ਕੀਤੀ, ਆਰਾਮ ਕਰ ਲਓ, ਆਪੇ ਹੀ ਬੱਚਾ ਲੱਭ ਜਾਊ। ਕਹਿੰਦੇ ਮਹਾਂਪੁਰਸ਼ੋ, ਸਾਨੂੰ ਆਰਾਮ ਸੁੱਝਦਾ, ਸਾਨੂੰ ਰੋਟੀ ਸੁੱਝਦੀ ਹੈ? ਸਾਡਾ ਬੱਚਾ 2-2.5 ਘੰਟੇ ਹੋ ਗਏ ਲੱਭਦਾ ਨਹੀਂ ਹੈ, ਹਾਲਤ ਵਿਆਕੁਲ ਹੋ ਗਈ, ਪੈਰਾਂ ਵਿੱਚ ਜੋੜਾ ਨਹੀਂ ਪਾਇਆ, ਨਾ ਖਾਣੇ ਦੀ ਸੁੱਝ ਹੈ, ਨਾ ਪੀਣ ਦੀ ਕੋਈ ਤਾਂਘ ਹੈ, ਨਾ ਆਰਾਮ ਕਰਨ ਦੀ ਅੰਦਰ ਇੱਛਾ ਹੈ। ਹੁਣ ਨਾ ਨੀਂਦ ਆ ਰਹੀ ਹੈ, ਨਾ ਉਵਾਸੀਆਂ ਆ ਰਹੀਆਂ ਨੇ, ਨਾ ਸੁਸਤੀ ਪੈ ਰਹੀ ਹੈ। ਤਾਂ ਮਹਾਂਪੁਰਸ਼ ਹੱਸਦੇ ਮੁਸਕਰਾ ਕੇ ਬੋਲੇ, ਕਹਿੰਦੇ ਭਾਈ ਹੁਣ ਤੁਹਾਨੂੰ ਉਵਾਸੀਆਂ ਨਹੀਂ ਆਉਂਦੀਆਂ, ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗੀ ਹੋਈ? ਕਹਿੰਦੇ ਬਾਬਾ ਜੀ ਕੀ ਗੱਲਾਂ ਕਰ ਰਹੇ ਹੋ? ਕਹਿੰਦੇ ਭਾਈ ਤੁਸੀਂ ਕਦੋਂ ਦੇ ਪੁੱਛਦੇ ਸੀ, ਰੱਬ ਨੂੰ ਮਿਲਣ ਦੀ ਰਾਹ ਦੱਸ ਦਿਓ, ਰੱਬ ਨੂੰ ਮਿਲਣ ਦਾ ਮਾਰਗ ਦੱਸ ਦਿਓ। ਕਹਿੰਦੇ ਇਹੀ ਹੈ ਰੱਬ ਨੂੰ ਮਿਲਣ ਦਾ ਮਾਰਗ। ਜਿੱਦਣ ਤੁਹਾਨੂੰ ਇੰਨੀ ਤੰਗ ਪੈਦਾ ਹੋ ਜਾਏ, ਜਿਵੇਂ ਬੱਚੇ ਨੂੰ ਭਾਲ ਰਹੇ ਹੋ, ਖਾਣ ਪੀਣ ਦੀ ਹੁਣ ਕੋਈ ਸੁੱਧ ਨਹੀਂ, ਹੁਣ ਕੋਈ ਵਾਸੀਆਂ ਨਹੀਂ, ਕੋਈ ਨੀਂਦ ਨਹੀਂ। ਕਹਿੰਦੇ ਜਿੱਦਣ ਇੱਦਾਂ ਦੀ ਹਾਲਤ ਰੱਬ ਨੂੰ ਚੇਤੇ ਕਰਦਿਆਂ ਹੋ ਜਾਏ, ਉਦਣ ਰੱਬ ਮਿਲ ਜਾਂਦਾ ਹੈ। ਬਾਕੀ ਕਹਿੰਦੇ ਬੱਚੇ ਦੀ ਚਿੰਤਾ ਨਾ ਕਰੋ, ਉਹ ਅੰਦਰ ਖੇਡ ਰਿਹਾ। ਸੇਵਾਦਾਰ ਨੂੰ ਕਹਿੰਦੇ ਜਾਓ ਭਾਈ, ਲੈ ਜਾਓ, ਮਿਲਾ ਲਓ। ਉਹ ਬੱਚੇ ਨੂੰ ਮਿਲੇ, ਫਿਰ ਉਹ ਰੋਂਦਿਆਂ ਵਾਪਸ ਆਏ। ਕਹਿੰਦੇ ਭਾਈ ਤੁਸੀਂ ਕਹਿੰਦੇ ਸੀ ਨਾ ਰੱਬ ਨੂੰ ਕਿਵੇਂ ਮਿਲਣਾ ਜੀ, ਜਾਂਚ ਦੱਸੋ। ਕਹਿੰਦੇ ਜਿੱਦਣ ਰੱਬ ਨੂੰ ਮਿਲਣ ਦੀ ਇੱਦਾਂ ਦੀ ਤਾਂਘ ਪੈਦਾ ਹੋ ਗਈ, ਤੁਹਾਨੂੰ ਜੋੜਾ ਪਾਣਾ ਭੁੱਲ ਜਾਏ, ਜਿੱਦਣ ਤੁਹਾਨੂੰ ਖਾਣਾ ਪੀਣਾ ਵਿਸਰ ਜਾਏ, ਜਿੱਦਣ ਤੁਹਾਨੂੰ ਉਵਾਸੀਆਂ ਨਾ ਆਉਣ, ਨੀਂਦ ਨਾ ਆਵੇ, ਰੱਬ ਨੂੰ ਜਪਦਿਆਂ ਇੰਨੀ ਤਾਂਘ ਪੈਦਾ ਹੋ ਜਾਏ, ਉਦਣ ਰੱਬ ਮਿਲ ਪੈਂਦਾ। ਪਰ ਸਾਧ ਸੰਗਤ ਦੇ ਤਾਂਘ ਕਦੋਂ ਪੈਦਾ ਹੁੰਦੀ? ਜਦੋਂ ਕੋਈ ਬੇਨਤੀ ਕਰੇ, ਆਪ ਤਿਆਗ ਬਿਨਤੀ ਕਰੇ, ਰੱਬ ਨੂੰ ਕਵੇ ਲਿਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆਂ, ਸੇ ਵਿਛੜ ਕਤੈ ਨਾ ਜਾਏ। ਫਿਰ ਜਿਨ੍ਹਾਂ ਨੂੰ ਰੱਬ ਨੇ ਮਿਲਾ ਲਿਆ, ਜਿਹੜੀਆਂ ਰੂਹਾਂ ਉਹ ਕੰਤ ਪਤੀ ਨਾਲ ਮਿਲ ਗਈਆਂ, ਉਹ ਦੁਬਾਰਾ ਵਿਛੜਦੀਆਂ ਨਹੀਂ, ਉਹ ਸੰਸਾਰ ਵਿੱਚ ਫਿਰ ਦੁਖੀ ਨਹੀਂ ਹੁੰਦੇ। ਪ੍ਰਭ ਬਿਨ ਦੂਜਾ ਕੋ ਨਹੀਂ, ਉਹਨਾਂ ਨੂੰ ਪਤਾ ਹੈ ਬਾਕੀ ਠੀਕ ਹੈ, ਚੱਲਣਾ ਹੈ ਲੋਗਨ ਸਿਓ ਮੇਰਾ ਠਾਠਾ ਵਾਗਾ, ਲੋਕਾਂ ਨਾਲ ਰੱਖਣਾ ਹੈ ਸੰਸਾਰ ਵਿੱਚ, ਪਰ ਪ੍ਰਭੂ ਤੋਂ ਬਗੈਰ ਦੂਜਾ ਨਹੀਂ ਹੋਰ ਕੋਈ। ਨਾਨਕ ਹਰ ਸਰਣਾਏ, ਉਹ ਰੱਬ ਦੀ ਸ਼ਰਨ ਵਿੱਚ ਰਹਿੰਦੀਆਂ। ਹੇ ਨਾਨਕ, ਉਹਨਾਂ ਨੂੰ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਪ੍ਰਾਪਤ ਹੋ ਜਾਂਦੀ। ਉਹ ਰੱਬ ਦੀ ਸ਼ਰਨ ਵਾਸਤੇ ਹੀ ਸਭ ਕੁਝ ਅਰਦਾਸ ਬੇਨਤੀ ਕਰਦੇ,
ਅਖੀਰ ਮਹਾਰਾਜ ਕਹਿੰਦੇ ਇਸ ਰੁੱਤ ਵਿੱਚ, ਇਸ ਸੱਸੂ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਆਤਮਾ ਸੁਖੀ ਵਸਦੀ ਹੈ ਜਿਨ੍ਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਅਖੀਰ ਹਜ਼ੂਰ ਕਹਿੰਦੇ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰਿ ਰਾਏ। ਜਿਨ੍ਹਾਂ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਕੀਤੀ, ਕਿਰਪਾ ਕੀਤੀ, ਉਹ ਅੱਸੂ ਵਿੱਚ ਸੁਖੀ ਹੋ ਗਏ। ਸਾਧ ਸੰਗਤ ਇੱਕੋ ਹੀ ਰਸਤਾ ਹੈ, ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਬੇਨਤੀ ਕਰੀਏ। ਕੋਈ ਬੰਦਾ ਕਹਿੰਦਾ ਜੀ ਮੇਰੇ ਘਰ ਵਿੱਚ ਕਹਿੰਦਾ ਚੂਹੇ ਬਹੁਤ ਆਉਂਦੇ ਆ, ਕਹਿੰਦਾ ਕੋਈ ਕਿਰਪਾ ਕਰੋ। ਤਾਂ ਰੱਬ ਦੇ ਪਿਆਰੇ ਕਹਿੰਦੇ ਭਾਈ ਇੱਦਾਂ ਦੀ ਤਾਂ ਕੋਈ ਅਰਦਾਸ ਨਹੀਂ ਵੀ ਚੂਹੇ ਆਣੋਂ ਹਟ ਜਾਣ। ਕਹਿੰਦੇ ਭਾਈ ਤੇਰੇ ਘਰ ਵਿੱਚ ਹੀ ਦੇਖਣਾ ਪੈਣਾ, ਕੋਈ ਚੀਜ਼ ਦੀ ਕਮੀ ਘਰ 'ਚ ਹੋਣੀ ਹੈ ਤਾਂ ਉਹ ਆਉਂਦੇ। ਕਹਿੰਦੇ ਜੀ ਕਮੀ ਕਾਹਦੀ ਹੋ ਸਕਦੀ? ਕਹਿੰਦੇ ਭਾਈ ਬਹੁਤਾ ਖਲਾਰਾ ਨਾ ਪਾਇਆ ਕਰੋ, ਤਾਂ ਹੀ ਫਿਰ ਕੀੜੇ ਵੀ ਘਰ 'ਚ ਆਉਂਦੇ ਨੇ, ਚੂਹੇ ਵੀ ਆਉਂਦੇ ਨੇ। ਉਹਨਾਂ ਵੇਖਿਆ ਜਾ ਕੇ ਪੂਰੇ ਘਰ ਦੀ ਸਫਾਈ ਕੀਤੀ, ਮਿੱਠਾ ਖਿਲਰਿਆ ਹੋਇਆ ਸੀ। ਕਹਿੰਦੇ ਹੁਣ ਜਦੋਂ ਮਿੱਠਾ ਇੰਨਾ ਖਿਲਰੇਗਾ ਫਿਰ ਉਹ ਜੀਵ ਜੰਤੂ ਆਉਣਗੇ। ਭਾਈ ਘਰ ਵਿੱਚ ਸਫਾਈ ਰੱਖੋ, ਜੇ ਸਫਾਈ ਰੱਖੋਗੇ ਉਹ ਚੀਜ਼ਾਂ ਹਟ ਜਾਣਗੀਆਂ। ਇੱਦਾਂ ਇਸੇ ਤਰ੍ਹਾਂ ਜੇ ਕੋਈ ਬੰਦਾ ਕਵੇ ਮੇਰੇ ਮਨ 'ਚ ਖਿਆਲ ਬਹੁਤ ਭੈੜੇ ਆਉਂਦੇ ਆ, ਮੇਰੇ ਮਨ 'ਚ ਆ ਕੁਝ ਆਉਂਦਾ, ਤਾਂ ਸਾਧ ਸੰਗਤ ਉਹ ਕਿਸੇ ਦੇ ਕੀਤਿਆਂ ਨਹੀਂ। ਉਹਦੇ ਵਾਸਤੇ ਪ੍ਰਭੂ ਅੱਗੇ ਅਰਦਾਸ ਕਰੀਏ, ਪਰਮੇਸ਼ਰ ਅੱਗੇ ਵਾਹਿਗੁਰੂ ਨੂੰ ਅਰਦਾਸ ਕਰੀਏ ਔਰ ਮਨ ਨੂੰ ਸਾਫ਼ ਰੱਖੀਏ। ਜੇ ਤੂੰ ਚਾਹੁੰਦੇ ਮੈਨੂੰ ਦੁੱਖ ਬਹੁਤ ਆਉਂਦੇ ਨੇ, ਆਪਣਾ ਮਨ ਸਾਫ਼ ਕਰ, ਕਿਸੇ ਲਈ ਦੁੱਖ ਨਾ ਸੋਚ, ਤੈਨੂੰ ਕਦੇ ਵੀ ਨਹੀਂ ਆਏਗਾ। ਕਿਸੇ ਦਾ ਬੁਰਾ ਨਾ ਸੋਚ, ਤੇਰਾ ਕਦੇ ਵੀ ਨਹੀਂ ਹੋਏਗਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਬਾਕੀ ਗੁਰੂ ਕੋਲੋਂ ਸੁੱਖ ਮੰਗਣਾ ਚਾਹੀਦਾ, ਇਹ ਸਾਡਾ ਹੱਕ ਹੈ, ਅਧਿਕਾਰ ਹੈ। ਪਰ ਸਾਧ ਸੰਗਤ ਨਾਮ ਜ਼ਰੂਰ ਮੰਗਿਓ, ਕਿਉਂਕਿ ਇਹ ਉਹ ਦਰ ਹੈ ਜਿੱਥੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇੱਥੋਂ ਸੁੱਖ ਲੈ ਕੇ ਜਾਣਾ, ਪਰ ਨਾਲ ਪਾਤਸ਼ਾਹ ਦਾ ਹੁਕਮ ਹੈ ਭਾਈ ਇਹ ਚੀਜ਼ਾਂ ਨਾ ਮੰਗਦਾ ਰਹੀ। ਫਿਰ ਜੇ ਮੰਗਣਾ ਨਾਮ ਮੰਗ ਲਈ, ਨਾਮ ਤੈਨੂੰ ਸਾਰੇ ਸੁੱਖ ਦੇ ਸਕਦਾ। ਤਾਈਓ ਮਹਾਰਾਜ ਬਚਨ ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਮੰਗਣਾ ਕੀ ਹੈ? ਅਰਦਾਸ ਕਰ ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਨਾਮ ਮੰਗ, ਤੇਰਾ ਮਨ ਸੰਤੋਖ ਵਿੱਚ ਆ ਜਾਏ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇੱਕ ਵਾਰ ਪੰਕਤੀ ਪੜ੍ਹੋ, ਫਿਰ 1 ਮਿੰਟ ਲਈ ਆਪਣਾ ਮਨ ਟਿਕਾਈਏ। ਹਜ਼ੂਰ ਅਖੀਰ ਤੇ ਕਹਿੰਦੇ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰਿ ਰਾਏ। ਜਿਨ੍ਹਾਂ ਉੱਤੇ ਰੱਬ ਦੀ ਕਿਰਪਾ, ਮਾਇਆ, ਦਇਆ, ਬਖਸ਼ਿਸ਼ ਹੋ ਗਈ, ਭਾਈ ਉਹ ਅੱਸੂ ਦੀ ਰੁੱਤ ਵਿੱਚ ਸੁਖੀ ਹੋ ਗਏ। ਔਰ ਸੁੱਖ ਦੇਣ ਦਾ ਇੱਕੋ ਇੱਕ ਗੁਰੂ ਦੇ ਕੋਲ ਬਖਸ਼ਿਸ਼ ਕਿਰਪਾ ਹੈ, ਨਾਮ। ਸੁੱਖ ਪ੍ਰਾਪਤ ਕਰਨ ਦਾ ਇੱਕੋ ਹੀ ਤਰੀਕਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ, ਬੰਦਗੀ, ਉਹਦੇ ਲਈ ਪ੍ਰੇਮ ਪੈਦਾ ਹੋਵੇ। ਆਓ ਮਹਾਰਾਜ ਤੋਂ ਮੰਗੀਏ, ਪਾਤਸ਼ਾਹ ਕਿਰਪਾ ਕਰੋ। ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੂ, ਪਤ ਮੇਰੀ ਦਾਨਾ ਬੀਨਾ ਸਾਈ ਮਹਿੰਡਾ। ਨਾਨਕ ਸਾਰ ਨਾ ਜਾਣਾ ਤੇਰੀ। ਪਾਤਸ਼ਾਹ ਸਾਨੂੰ ਪ੍ਰੇਮ ਦੀ ਦਾਤ ਬਖਸ਼ਿਸ਼ ਕਰੋ। ਆਓ ਹਜ਼ੂਰ ਕੋਲੋਂ ਚਿੱਤ ਜੋੜ ਕੇ 1 ਮਿੰਟ ਲਈ ਮਨ ਟਿਕਾਓ। ਸਾਰੇ ਜਪਿਓ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰ ਕਿਰਪਾ ਬਖਸ਼ਿਸ਼ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸਾਡੇ ਸਾਰਿਆਂ ਦੇ ਅੰਦਰ ਪ੍ਰੇਮ ਦਾ ਉਮਾਹ ਪੈਦਾ ਕਰਨ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਕਿਰਤ ਕਰਮ ਕਰਦਿਆਂ ਸਤਿਗੁਰੂ ਜੀ ਸਦਾ ਹੀ ਚੇਤੇ ਆਵੇ ਸਾਨੂੰ ਸਤਨਾਮ ਸ੍ਰੀ ਵਾਹਿਗੁਰੂ। ਇਹ ਅਰਦਾਸ ਬੇਨਤੀ ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।